हेलो एवरीवन, कैसे हैं आप सब। मेरा नाम अंशुल और मैं आपका बहुत बहुत स्वागत करता हूं ज्ञानम के ऑनलाइन चैनल के ऊपर। आज फिर से पटवारी के एग्जाम के लिए हम लोग मिक्स मैच क्वेश्चन लेकर आए हैं। स्टार्ट करते हैं, देखते हैं कि आज के हमारे क्वेश्चन कैसे हैं। ठीक है, चलिए पहले क्वेश्चन आज स्टार्ट करने हैं, देखने की पहला क्वेश्चन की कह रहा है। द डायरेक्टरेट जनरल ऑफ फॉरेन ट्रेड हैज लिफ्टेड रिस्ट्रिक्शन ऑन एक्सपोर्ट्स ऑफ फॉर्मुलेशन मेड ऑफ विच मेडिकेशन। ਬੇਸਿਕਲੀ ਗੱਲ ਹੈ ਕਿ ਤੁਹਾਡੇ ਡਾਇਰੈਕਟਰ ਜਨਰਲ ਆਫ ਫੋਰਨ ਟ੍ਰੇਡ ਹੈ, ਉਹਨਾਂ ਨੇ ਕਿਹੜੀ ਮੈਡੀਕੇਸ਼ਨ ਦੇ ਉੱਤੇ ਜਿਹੜੀ ਰਿਸਟ੍ਰਿਕਸ਼ਨਸ ਲੱਗੀਆਂ ਹੋਈ ਸੀ ਉਹਨਾਂ ਨੂੰ ਲਿਫਟ ਅਪ ਕਰਤਾ ਹੈ। ਠੀਕ ਹੈ, ਆਨਸਰ ਵੇਖਨੇ ਆ ਕੀ ਹੈਗਾ। ਸਾਡੀ ਆਪਣੀ ਬੜੀ ਫੇਮਸ ਔਰ ਪੈਰਾਸੀਟਾਮੋਲ, ਕਿਸੇ ਘਰ ਤੇ ਮਿਠਾਈ ਮਿਲੇ ਨਾ ਮਿਲੇ ਪਰ ਪੈਰਾਸੀਟਾਮੋਲ ਪੱਕਾ ਮਿਲਦੀ ਹੈ। ਠੀਕ ਹੈ, ਉਹਦੀ ਰਿਸਟ੍ਰਿਕਸ਼ਨਸ ਨੂੰ ਅਪਲਿਫਟ ਕਰਤਾ ਗਿਆ। ਠੀਕ ਹੈ, ਚਲਿਏ ਨੈਕਸਟ ਹੈ क्वेश्चन। Pangasus icaria which has been recently discovered in Kaveri river belong to which species। ਦੇਖੋ ਕਲਾਸ ਇਹ ਕੁਐਸਚਨ ਨਾ ਤੁਹਾਡਾ ਕਰੰਟ ਅਫੇਅਰ ਪਲੱਸ ਸਾਇੰਸ ਦਾ ਹੈਗਾ ਕਿ ਕੋਈ ਸਪੀਸੀਜ਼ ਤੁਹਾਡੀ ਮਿਲਦੀਆਂ ਨੇ। ਠੀਕ ਹੈ, ਇਹਨੂੰ ਇਹ ਕਈ ਵਾਰ ਥੋੜਾ ਜਿਓਗ੍ਰਾਫੀ ਕੋਲ ਵੀ ਟੱਚ ਕਰ ਰਿਹਾ ਕਿਉਂਕਿ ਨਦੀ ਦੀ ਗੱਲ ਹੋ ਰਹੀ ਹੈ, ਨਾਲੇ ਕਿਸੇ ਸਪੀਸੀਜ਼ ਦੇ ਮਿਲਣ ਦੀ ਗੱਲ ਹੋ ਰਹੀ ਹੈ। ਤਾਂ ਸਾਇੰਸ, ਕਰੰਟ ਅਫੇਅਰ, ਜਿਓਗ੍ਰਾਫੀ ਤਿੰਨੋਂ ਪੋਰਸ਼ਨ ਇਕੱਠੇ ਹੋ ਗਏ। ਠੀਕ ਹੈ, ਉਹ ਪੁੱਛ ਰਿਹਾ ਇਹਨਾਂ ਵਿੱਚ ਕਿਹੜੀ ਸਪੀਸੀਜ਼ ਹੈ ਜਿਹੜੀ ਤੁਹਾਡੀ ਪੈਗਾਸਾਈਸ ਇਕੈਰੀਆ ਦੇ ਨਾਲ ਮੈਚ ਕਰਦੀ ਹੈ। ਠੀਕ ਹੈ, ਦੇਖਦੇ ਹਾਂ ਕਿ ਇਹਦਾ ਆਨਸਰ ਕੀ ਹੈ। ਠੀਕ ਹੈ, चलो आंसर किया था कैटफिश। इट्स अ टाइप ऑफ अ फिश। ठीक है, कैटफिश बोलते हैं इन्हों। चलिए अवर टाइम इज नाउ, अवर राइट, अवर फ्यूचर इज द थीम ऑफ विच स्पेशल डे सेलिब्रेटेड ऑन अक्टूबर 11। ਅਕਤੂਬਰ 11 ਨੂੰ ਇੱਕ ਦਿਨ ਮਨਾਇਆ ਜਾਂਦਾ ਜਿਹਦੇ ਵਿੱਚ ਥੀਮ ਕੀ ਦਿੱਤੀ ਗਈ ਹੈ ਕਿ ਅਵਰ ਟਾਈਮ ਇਜ਼ ਨਾਓ, ਅਵਰ ਰਾਈਟ, ਅਵਰ ਫਿਊਚਰ, ਕਿ ਸਾਡਾ ਵੇਲਾ ਹੁਣ ਹੀ ਹੈਗਾ। ਠੀਕ ਹੈ, ਸਾਡੇ ਅਧਿਕਾਰ, ਸਾਡਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਵੀ ਇੱਥੇ ਹੈਗਾ। ਤਾਂ ਇਹ ਥੀਮ ਤੁਹਾਨੂੰ ਦੱਸਣਾ ਕਿ ਕਿਹੜੇ ਇੰਟਰਨੈਸ਼ਨਲ ਡੇ ਦੀ ਹੈਗੀ ਹੈ। ਠੀਕ ਹੈ, ਤਾਂ ਆਨਸਰ ਵੇਖਨੇ ਆ ਕਲਾਸ ਦਾ। ਆਨਸਰ ਕੀ ਹੈਗਾ? ਇੰਟਰਨੈਸ਼ਨਲ ਡੇ ਆਫ ਦਾ ਗਰਲ ਚਾਈਲਡ 11 ਤਰੀਕ ਨੂੰ ਮਨਾਇਆ ਜਾਂਦਾ ਹੈ, ਉਹਦੀ ਥੀਮ ਦਿੱਤੀ ਗਈ ਹੈ। ਠੀਕ ਹੈ, ਚਲਿਏ ਸਮੰਥਾ ਕ੍ਰਿਸਟੋਫਰਿਟ who has seen in the news is the first female commander of the international space station of from which region। ਰੀਸੈਂਟਲੀ ਤੁਹਾਡੇ ਇੰਟਰਨੈਸ਼ਨਲ ਸਪੇਸ ਸਟੇਸ਼ਨ ਤੇ ਪਹਿਲੀ ਫੀਮੇਲ ਕਮਾਂਡਰ ਨਿਯੁਕਤ ਕੀਤੀ ਗਈ ਹੈ। ਉਹਨਾਂ ਦਾ ਨਾਮ ਕੀ ਹੈਗਾ ਤੁਹਾਡਾ? ਸਮੰਥਾ ਕ੍ਰਿਸਟੋਫਰਿਟੀ। ਠੀਕ ਹੈ, ਤਾਂ ਦੇਖਦੇ ਹਾਂ ਕਿਹੜੇ ਇਹ ਮੁਲਕ ਤੋਂ ਬਿਲੋਂਗ ਕਰਦੇ ਨੇ। ਇਹ ਬਿਲੋਂਗ ਕਰਦੇ ਨੇ ਤੁਹਾਡੇ ਯੂਰਪ ਤੋਂ ਬਿਲੋਂਗ ਕਰਦੇ ਨੇ। ਠੀਕ ਹੈ, ਚਲਿਏ who received ਡਾਕਟਰ ਸ਼ੋਭਾ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਇਨ ਆਂਧਰ ਪ੍ਰਦੇਸ਼। ਠੀਕ ਹੈ, ਆਂਧਰ ਪ੍ਰਦੇਸ਼ ਦੇ ਦੁਆਰਾ ਦਿੱਤਾ ਗਿਆ ਡਾਕਟਰ ਸ਼ੋਭਾ ਨਾਇਡੂ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਹਨੂੰ ਮਿਲਿਆ? ਠੀਕ ਹੈ, ਆਂਧਰ ਪ੍ਰਦੇਸ਼ ਤੋਂ ਮਿਲਿਆ। ਤਾਂ ਆਨਸਰ ਕੀ ਹੈਗਾ? ਪਦਮਜਾ ਰੈਡੀ। ਠੀਕ ਹੈ, ਪਦਮਜਾ ਰੈਡੀ। नेक्स्ट है LAF स्टैंड्स फॉर। ठीक है, इकोनॉमी का क्वेश्चन है क्लास, छोटी जी एब्रीविएशन दी टर्म से क्वेश्चन पूछा गया, बहुत आसान क्वेश्चन है बट एक थोड़े जो ऑप्शन क्लोज चल रहे हैं तो कई बार कंफ्यूज हो जाते हो। आंसर क्या है? लिक्विडिटी एडजस्टमेंट फैसिलिटी। ਇਹ ਉਹ ਫੈਸਿਲਿਟੀ ਹੈ ਕਲਾਸ ਜਿਹਦੇ ਥਰੂ ਬੈਂਕ ਆਰਬੀਆਈ ਤੋਂ ਲੋਨ ਲੈਂਦਾ ਹੈ। ਬਸ ਬੇਸਿਕਲੀ ਇਹ ਫੰਕਸ਼ਨ ਆਰਬੀਆਈ ਦਾ ਹੈਗਾ ਜਿਸ ਦੇ ਵਿੱਚ ਆਰਬੀਆਈ ਲਿਕੁਇਡਿਟੀ ਨੂੰ ਐਡਜਸਟ ਕਰਦੀ ਹੈ। ਰੈਪੋ ਰੇਟ बढ़ा ਕੇ ਰੈਪੋ ਰੇਟ ਤੋਂ ਤੇ ਲੋਨ ਦੇ ਦਿੰਦੀ ਹੈ, ਯਾਨੀ ਲਿਕੁਇਡਿਟੀ ਇੰਕਰੀਜ਼ ਕਰ ਦਿੰਦੀ ਹੈ, ਜਾਂ ਰਿਵਰਸ ਰੈਪੋ ਰੇਟ ਤੇ ਪੈਸਾ ਲੈ ਲੈਂਦੀ ਹੈ ਤਾਂ ਲਿਕੁਇਡਿਟੀ ਡਿਕਰੀਜ਼ ਕਰ ਲੈਂਦੀ ਹੈ। ਠੀਕ ਹੈ, ਤਾਂ ਲਿਕੁਇਡਿਟੀ ਐਡਜਸਟਮੈਂਟ ਕਰਨਾ। ਠੀਕ ਹੈ, ਚਲਿਏ ਹਾਊ ਇਨਫਲੇਸ਼ਨ ਇਫੈਕਟਸ ਦਾ ਪ੍ਰਾਈਸ ਆਫ ਦਾ ਕਮੋਡਿਟੀਜ਼। ਕਹਿੰਦਾ ਜਦ ਮਹਿੰਗਾਈ ਵੱਧਦੀ ਹੈ ਉਹਦੇ ਨਾਲ ਜਿਹੜੀ ਆਮ ਚੀਜ਼ ਮਰਰਾ ਦੀ ਚੀਜ਼ਾਂ ਨੇ ਉਹਨਾਂ ਦੀ ਕੀਮਤਾਂ ਤੇ ਕੀ ਫਰਕ ਪੈਂਦਾ। ਬੜੇ ਆਰਾਮ ਨਾਲ ਸੋਚੋ ਕਲਾਸ, ਬੜਾ ਆਸਾਨ ਕੁਐਸਚਨ ਹੈਗਾ। ਜਰਨਲ ਚੀਜ਼ਾਂ ਨੇ, ਹਰ ਚੀਜ਼ ਨੂੰ ਨਾ ਇਕਨੋਮੀ ਦੇ ਪੁਆਇੰਟ ਆਫ ਵਿਊ ਜਾਂ ਹਿਸਟਰੀ ਪੁਆਇੰਟ ਆਫ ਵਿਊ ਨਾਲ ਨਹੀਂ ਸੋਚਿਆ ਕਰੋ। ਕਈ ਵਾਰ ਨਾ ਕੁਝ ਕੁਐਸਚਨ ਕਾਮਨ ਸੈਂਸ ਤੋਂ ਵੀ ਸੋਲਵ ਹੁੰਦੇ ਨੇ, ਤਾਂ ਉਹਦਾ ਹੀ ਧਿਆਨ ਰੱਖੋ। ਤਾਂ ਬੜਾ ਆਸਾਨ ਹੈ, ਪ੍ਰਾਈਸ ਆਫ ਦਾ ਕਮੋਡਿਟੀ ਇੰਕਰੀਜ਼। ਜੇ ਤੁਹਾਨੂੰ ਇਨਫਲੇਸ਼ਨ ਤੇ ਦਿਖ ਰਿਹਾ ਕਿ ਕੋਈ ਕਮੋਡਿਟੀ ਹੈ, ਇਨਫਲੇਸ਼ਨ ਮਤਲਬ ਉਹਦਾ ਮਤਲਬ ਹੀ ਕੀ ਹੈ? ਮਹਿੰਗਾਈ ਹੋ ਰਹੀ ਹੈ, ਚੀਜ਼ਾਂ ਦੇ ਦਾਮ ਵੀ ਆਪੇ ਆਪ ਵੱਧ ਜਾਣਗੇ। Which of the following is a bond through which Indian entities can raise money from foreign market in rupees not in the foreign currency। ਬੜਾ ਅੱਛਾ ਕੁਐਸਚਨ ਹੈ, ਮੈਨੂੰ ਪਰਸਨਲੀ ਬੜਾ ਪਸੰਦ ਹੈ ਕੁਐਸਚਨ। ਉਹ ਕਹਿੰਦਾ ਇਹਦੇ ਵਿੱਚ ਕਿਹੜੇ ਬੌਂਡ ਨੇ ਜਿਹਦੇ ਵਿੱਚ ਤੁਸੀਂ ਫੋਰਨ ਮਾਰਕੀਟ ਤੋਂ ਕੋਈ ਵੀ ਐਂਟੀਟੀ ਖਰੀਦ ਸਕਦੇ ਹੋ, ਲੇਕਿਨ ਉਹਦੇ ਵਿੱਚ ਤੁਹਾਨੂੰ ਫੋਰਨ ਕਰੰਸੀ ਚ ਪੇ ਨਹੀਂ ਕਰਨਾ। ਕਿਹਦੇ ਚ ਪੇ ਕਰੋਗੇ? ਇੰਡੀਅਨ ਰੁਪੀ ਵਿੱਚ ਗੱਲ ਹੋਊਗੀ। ਉਹਨੂੰ ਕੀ ਕਹਿੰਦੇ ਆ ਅਸੀਂ? ਮਸਾਲਾ ਬੌਂਡ। ਇਹ ਟਰਮ ਇੰਡੀਆ ਵਾਸਤੇ ਬਣੀ ਹੈ, ਇੰਡੀਆ ਮਸਾਲਿਆਂ ਵਾਸਤੇ ਫੇਮਸ ਰਿਹਾ, ਨਾਲੇ ਸਾਨੂੰ ਖਾਣੇ 'ਚ ਮਸਾਲੇ ਬੜੇ ਪਸੰਦ ਨੇ, ਗੱਲਾਂ 'ਚ ਮਸਾਲੇ ਬੜੇ ਪਸੰਦ ਨੇ, ਉਹਦਾ ਨਾਲ ਇਹਦਾ ਕਨੈਕਸ਼ਨ ਦਿੱਤਾ ਗਿਆ, ਮਸਾਲਾ ਬੌਂਡਸ ਬੋਲਦੇ ਨੇ ਇਹਨਾਂ ਨੂੰ। ਠੀਕ ਹੈ, चलो which one of the following type of sea floor sediments include calcareous and silicaceous oasis। ठीक है, तो ये दोनों सेगमेंट आपको सी फ्लोर के किस हिस्से में आपको दिखाई देते हैं? तो आपके पास किस में होते हैं? बायोजेनोसिस के अंदर ये पाए जाते हैं। ठीक है, थोड़ा सा डिफिकल्ट क्वेश्चन है क्लास, बट जो तुसी थोड़ा बहुत भी ओशनोग्राफी पढ़ी हुई तो क्वेश्चन सॉल्व कर सकते हो। ठीक है, ਕਈ ਨਾ ਬੱਚੇ ਕਹਿੰਦੇ ਕਿ ਸਰ ਇਹ ਪੜਨ ਦੀ ਲੋੜ ਹੈ, ਇਹ ਟੌਪਿਕ ਤਾਂ ਯੂਪੀਐਸਸੀ ਲੈਵਲ ਤੇ ਹੈਗੇ। ਯਾਰ ਜੀਕੇ ਦਾ ਮਤਲਬ ਜੀਕੇ ਹੁੰਦਾ, ਉਹਦੇ ਵਿੱਚ ਕੋਈ ਟੌਪਿਕ ਸਪੈਸੀਫਾਈ ਯੂਪੀਐਸਸੀ ਜਾਂ ਕਿਸੇ ਗਰੁੱਪ ਸੀ ਗਰੁੱਪ ਡੀ ਦਾ ਨਹੀਂ ਹੁੰਦਾ। ਪੁੱਛਣ ਵਾਲਾ ਤੁਹਾਨੂੰ ਕੁਝ ਵੀ ਪੁੱਛ ਸਕਦਾ।
तो पढ़ा सारा कुछ करो, ठीक है, बस थोड़ा जिहा है कि यूपीएससी थोड़ा ज्यादा इन डेप्थ जाती है, बाकी थोड़े सरफेस से रहने की कोशिश करते हैं। ਨੰਦਾ ਦੇਵੀ ਪੀਕ ਫਾਰਮਸ ਅ ਪਾਰਟ ਆਫ, ਨੰਦਾ ਦੇਵੀ ਤੁਹਾਡੇ ਇਹਨਾਂ ਵਿੱਚੋਂ ਕਿਹੜੇ ਪਾਰਟਸ ਵਿੱਚ ਪਾਈ ਜਾਂਦੀ ਹੈ? ਤੇ ਬੜਾ ਆਸਾਨ ਕੁਐਸਚਨ ਹੈ, ਕੁਮਾਊਂ ਹਿਲਸ ਜੋ ਤੁਹਾਡੇ ਉੱਤਰਾਖੰਡ 'ਚ ਹੈ, ਨੰਦਾ ਦੇਵੀ। ਰੀਸੈਂਟਲੀ ਇੱਕ ਚੀਜ਼ ਦੱਸ ਦਿੰਦਾ, ਯੁੱਧ ਅਭਿਆਸ ਇੱਕ ਐਕਸਰਸਾਈਜ਼ ਹੋਈ ਹੈ ਇੰਡੀਆ ਔਰ ਅਮਰੀਕਾ ਦੇ ਵਿੱਚ, ਜਿਹਦੇ ਵਿੱਚ ਪਹਿਲੀ ਵਾਰ ਹੋਇਆ ਹੈ ਕਿ ਅਮਰੀਕਾ ਦੇ 4 ਸੋਲਜਰਸ ਨੇ ਨੰਦਾ ਦੇਵੀ ਦੀ ਚੜ੍ਹਾਈ ਕੀਤੀ ਹੈ, ਠੀਕ ਹੈ, ਯਾਦ ਰੱਖਣਾ ਯੁੱਧ ਅਭਿਆਸ ਸੀ, ਓਲੀ ਵਿੱਚ ਹੋਇਆ ਇੰਡੀਆ ਔਰ ਅਮਰੀਕਾ ਦੀ ਸਪੈਸ਼ਲ ਫੋਰਸਿਸ। ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਉਹ ਕਹਿੰਦਾ ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਹੈ ਜਿਹੜੀ ਕਰੈਕਟ ਨਹੀਂ ਹੈ? ਬੇਸਿਕਲੀ ਰਿਵਰਸ ਦਾ ਕੁਐਸਚਨ ਹੈ, ਜਿਹਦੇ ਵਿੱਚ ਉਹਨਾਂ ਦਾ ਉਦਗਮ ਸਥਲ ਯਾਨੀ ਕਿੱਥੋਂ ਨਿਕਲਦੀਆਂ ਨੇ ਉਹਦੇ ਬਾਰੇ ਗੱਲ ਹੋ ਰਹੀ ਹੈ, ਠੀਕ ਹੈ। ਤਾਂ ਆਨਸਰ ਕੀ ਹੈ? ਕਾਵੇਰੀ ਰਾਈਜ਼ਸ ਇਨ ਆਂਧਰ ਪ੍ਰਦੇਸ਼, ਇਹ ਗਲਤ ਹੈ, ਕਾਵੇਰੀ ਆਂਧਰ ਪ੍ਰਦੇਸ਼ ਤੋਂ ਨਹੀਂ ਨਿਕਲਦੀ ਹੈ, ਕਾਵੇਰੀ ਤੁਹਾਡੀ ਨਿਕਲਦੀ ਹੈ ਮਹਾਬਲੇਸ਼ਵਰ ਕੋਲ, ਠੀਕ ਹੈ। ਚਲੋ ਮਹਾਰਾਸ਼ਟਰ ਦੇ ਅੰਦਰ। ਵਿਚ ਵਨ ਆਫ ਦਾ ਫੋਲੋਇੰਗ ਰਿਵਰਸ ਓਰੀਜਿਨੇਟ ਇਨ ਅਮਰਕੰਟਕ, ਉਹ ਕਹਿੰਦਾ ਇਹਨਾਂ ਵਿੱਚੋਂ ਕਿਹੜੀ ਨਦੀ ਅਮਰਕੰਟਕ ਨਦੀ ਤੋਂ ਨਿਕਲਦੀ ਹੈ, ਠੀਕ ਹੈ। ਤਾਂ ਆਸਾਨ ਹੈ ਵੈਸੇ ਕੁਐਸਚਨ, ਨਰਮਦਾ। ਇੱਥੋਂ ਇੱਕ ਨਦੀ ਹੋਰ ਨਿਕਲਦੀ ਹੈ ਜਿਹੜੀ ਗੰਗਾ ਦੀ ਸਾਊਥ ਬੈਂਕ ਟ੍ਰਿਬਿਊਟਰੀ ਬਣਦੀ ਹੈ, ਗੰਗਾ ਨੂੰ ਨੀਚੋਂ ਮਿਲਦੀ ਹੈ, ਉਹ ਤੁਹਾਡੀ ਕਿਹੜੀ ਹੈ? ਸੋਨ ਨਦੀ ਹੈਗੀ, ਠੀਕ ਹੈ। ਚਲਿਏ, what is the correct sequence of the river Godavari, Mahanadi, Narmada, Tapti in the descending order in their length? देखो क्वेश्चन कई बार ਅਸੀਂ ਕਹਿੰਦੇ ਕਿ ਟਰਮਸ ਜਿਹੜੇ ਨੰਬਰ ਉਹ ਰੱਟੇ ਮਾਰਨੇ ਨਹੀਂ ਮਾਰਨੇ, ਕਈ ਵਾਰ ਨਾ ਰੱਟਾ ਨਾ ਵੀ ਮਾਰੋ ਤਾਂ ਵੀ ਤੁਹਾਨੂੰ ਥੋੜਾ ਜਿਹਾ ਆਈਡੀਆ ਹੋਣਾ ਚਾਹੀਦਾ ਕਿ ਕਿਹੜੀ ਨਦੀ ਸਭ ਤੋਂ ਲੰਬੀ ਹੈ ਔਰ ਸਾਈਜ਼ ਕਿੰਨਾ ਛੋਟਾ ਹੈ, ਠੀਕ ਹੈ। क्वेश्चन ਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰੋ। ਦੇਖੋ ਸਭ ਤੋਂ ਲੰਬੀ ਸਾਨੂੰ ਪਤਾ ਹੀ ਹੈ ਕਿ ਗੋਦਾਵਰੀ ਸਭ ਤੋਂ ਲੰਬੀ ਹੈ ਨਾ, ਕਨਫਿਊਜ਼ਨ ਤੁਹਾਨੂੰ ਕਿਹਦੇ ਵਿੱਚ ਹੋਏਗੀ? ਨਰਮਦਾ ਔਰ ਮਹਾਨਦੀ ਵਿੱਚ। ਮਹਾਨਦੀ ਤੁਹਾਡੀ ਜਿਹੜੀ ਹੈ ਨਾ ਉਹ ਜ਼ਿਆਦਾ ਵੱਡੀ ਨਹੀਂ ਹੈ, ਛੋਟੇ ਜਿਹੇ ਦੋ ਸਟੇਟਾਂ ਤੋਂ ਹੀ ਹੋ ਜਾਂਦੀ ਹੈ, ਜਦਕਿ ਨਰਮਦਾ ਜਿਹੜੀ ਤੁਹਾਡੀ ਹੈ ਉਹ ਪੂਰਾ ਮੱਧ ਪ੍ਰਦੇਸ਼ ਕ੍ਰੋਸ ਕਰਕੇ ਨਿਕਲਦੀ ਹੈ। ਤਾਂ ਆਨਸਰ ਕੀ ਹੋ ਜਾਊਗਾ? ਗੋਦਾਵਰੀ, ਨਰਮਦਾ, ਉਸ ਤੋਂ ਬਾਅਦ ਮਹਾਨਦੀ, ਫਿਰ ਉਸ ਤੋਂ ਬਾਅਦ ਹੈ ਤਾਪੀ ਨਦੀ, ਠੀਕ ਹੈ। ਜੇ ਇੱਕ ਦੋ ਵੀ ਤੁਹਾਨੂੰ ਪਤਾ ਲੱਗ ਜਾਊ ਤਾਂ there is a chance ਕਿ ਤੁਹਾਨੂੰ ਆਨਸਰ ਪਤਾ ਲੱਗ ਜਾਊਗਾ। Which one of the following east flowing river of India has rift valley due to down wrapping, ਠੀਕ ਹੈ। ਪਹਿਲਾਂ ਤਾਂ ਨਾ ਇਹਦੇ ਵਰਡ ਦਾ ਮੀਨਿੰਗ ਹੀ ਨਹੀਂ ਜੇ ਪਤਾ ਨਾ ਤੁਹਾਨੂੰ, ਫਿਰ ਤੁਸੀਂ ਫਸ ਜਾਓਗੇ, ਠੀਕ ਹੈ। ਡਾਊਨ ਰੈਪਿੰਗ ਦਾ ਮਤਲਬ ਕੀ ਹੁੰਦਾ? ਜਦ ਕੋਈ ਜ਼ਮੀਨ ਦਾ ਹਿੱਸਾ ਨੀਚੇ ਖਿਸਕ ਜਾਂਦਾ, ਸਿੰਕ ਕਰਦਾ, ਠੀਕ ਹੈ। ਰੈਪਿੰਗ ਦਾ ਮਤਲਬ ਹੁੰਦਾ ਜ਼ਮੀਨ ਉੱਠਣਾ ਜਾਂ ਨੀਚੇ ਚਲੇ ਜਾਣਾ। ਜੇ ਅਪ ਰੈਪਿੰਗ ਹੋਗੀ ਤਾਂ ਕੋਈ ਹਿੱਸਾ ਅਪਲਿਫਟ ਕਰ ਜੂਗਾ, ਜੇ ਡਾਊਨ ਰੈਪਿੰਗ ਹੋਈ ਤਾਂ ਕੋਈ ਹਿੱਸਾ ਸਿੰਕ ਕਰ ਜੂਗਾ, ਠੀਕ ਹੈ। ਤਾਂ ਉਹ ਪੁੱਛ ਰਿਹਾ ਤੁਹਾਨੂੰ ਕਿ ਇਹਦੀ ਰਿਫਟ ਵੈਲੀ ਦੀ ਵਜ੍ਹਾ ਤੋਂ ਇੰਡੀਆ ਚੋਂ ਫਲੋ ਕਰ ਜਾਂਦੀ ਹੈ, ਤਾਂ ਆਨਸਰ ਵੈਸੇ ਸਿੰਪਲ ਹੀ ਸੀ, ਦਮੋਦਰ ਨਦੀ ਤੁਹਾਡੀ ਵਨ ਆਫ ਦਾ ਰਿਫਟ ਵੈਲੀਜ਼ ਹੈਗੀ ਹੈ, ਜਿਹੜੀ ਨੇਪਾਲ ਤੋਂ ਹੁੰਦੇ ਹੋਏ ਇੰਡੀਆ 'ਚ ਐਂਟਰ ਕਰ ਜਾਂਦੀ ਹੈ, ਠੀਕ ਹੈ। ਚਲੇ, ਦਮਾਦਰ ਨੂੰ ਤੁਸੀਂ ਸਵਰ ਆਫ ਬੰਗਾਲ ਦੇ ਨਾਮ ਤੋਂ ਵੀ ਜਾਣਦੇ ਹੋ, ਬਿਹਾਰ ਦਾ ਦੁੱਖ ਕਿਹਾ ਜਾਂਦਾ ਹੈ, ਇੱਦਾਂ ਕੋਸੀ ਨੂੰ ਬਿਹਾਰ ਦਾ ਦੁੱਖ ਕਿਹਾ ਜਾਂਦਾ ਹੈ, ਅਤੇ ਦਮੋਦਰ ਨੂੰ ਬੰਗਾਲ ਦਾ ਦੁੱਖ ਕਿਹਾ ਜਾਂਦਾ ਹੈ। ਨੈਕਸਟ ਵਿੱਚ ਗ੍ਰੀਕ ਕਿੰਗ ਆਫ ਬੈਕਟੀਰੀਆ ਇਨਵੇਡਡ ਇੰਡੀਆ ਅਬਾਊਟ 190 BC, ਇਹਨਾਂ ਵਿੱਚ ਕਹਿੰਦਾ ਕਿਹੜਾ ਗ੍ਰੀਕ ਦਾ ਰਾਜਾ ਸੀ, ਬੈਕਟੀਰੀਆ ਦਾ ਰਾਜਾ ਸੀ, ਜਿਹਨੇ 1990 BC ਵਿੱਚ ਇੰਡੀਆ ਤੇ ਅਟੈਕ ਕੀਤਾ ਸੀ। ਤਾਂ ਆਨਸਰ ਕੀ ਹੈ ਇਹਦਾ? ਡੈਮੇਟ੍ਰੀਅਸ, ਠੀਕ ਹੈ, ਡੈਮੇਟ੍ਰੀਅਸ ਨੇ ਅਟੈਕ ਕੀਤਾ ਸੀ। ਰੋਬਰਟ ਬਰੂਸ ਫੁੱਟ who discovered the first Paleolithic tools in India was originally, ਠੀਕ ਹੈ, ਉਹ ਵੈਸੇ ਤੁਹਾਡੇ ਕੀ ਹੈ? ਜਿਓਲੋਜਿਸਟ ਹੋਏ, ਠੀਕ ਹੈ। ਇਹ ਥੋੜਾ ਜਿਹਾ ਡਿਫਿਕਲਟ ਕੁਐਸਚਨ ਹੈ ਕਲਾਸ, ਮੈਂ ਮੋਸਟਲੀ ਦੇਖਿਆ ਗਰੁੱਪ C ਔਰ D ਦੇ ਜਿਹੜੇ ਐਗਜ਼ਾਮ ਹੁੰਦੇ ਨੇ ਉਹਦੇ ਵਿੱਚ ਪ੍ਰੀ ਹਿਸਟਰੀ ਦੇ ਕੁਐਸਚਨ ਘੱਟ ਹੀ ਦਿਖਦੇ ਨੇ, ਮਤਲਬ ਇਹ ਜਿਹੜੇ ਅਸੀਂ ਸਟੋਨ ਏਜ ਪੜ੍ਹਦੇ ਹਾਂ, ਪੈਲੀਓਲਿਥਿਕ, ਨੀਓਲਿਥਿਕ, ਮੈਸੋਲਿਥਿਕ, ਚੈਲਕੋਲਿਥਿਕ, ਇੱਥੋਂ ਤੱਕ ਕੁਐਸਚਨ ਘੱਟ ਹੁੰਦੇ ਆ। ਜ਼ਿਆਦਾਤਰ ਸਾਡੇ ਟੌਪਿਕ ਜਿਹੜੇ ਹੁੰਦੇ ਨੇ ਉਹ ਹੜੱਪਾ ਤੋਂ ਹੀ ਸ਼ੁਰੂ ਹੁੰਦੇ ਨੇ, ਬਟ ਵਨਸ ਇਨ ਅ ਬਲੂ ਮੂਨ ਕੁਝ ਵੀ ਕਈ ਵਾਰ ਔਡ ਕੁਐਸਚਨ ਆ ਜਾਂਦੇ ਤੇ ਪਾਤਾ, ਠੀਕ ਹੈ। Which of the following carriers were used by Sirajuddaula to flee from the battlefield after his defeat in the Battle of Plassey? ਜੂਨ 1757 ਚ ਜਿਹੜਾ ਪਲਾਸੀ ਦਾ ਯੁੱਧ ਹੋਇਆ, ਸਿਰਾਜੁद्दौला ਜਿਹੜੇ ਨਵਾਬ ਆਫ ਬੰਗਾਲ ਨਾਲੇ ਆਪੋਜੀਸ਼ਨ ਚ ਕਿਹੜੇ ਨੇ? ਰੋਬਰਟ ਕਲਾਈਵ, ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਗਵਰਨਰ, ਉਸ ਸਮੇਂ ਦੇ ਹੈੱਡ ਹੋਇਆ ਕਰਦੇ ਸੀ, ਜਨਰਲ ਸੀ ਉਹਨਾਂ ਦੇ। ਉਹ ਕਹਿੰਦੇ ਕਿ ਜਦ ਇਹ ਯੁੱਧ ਹੋਇਆ ਤਾਂ ਸਿਰਾਜੁद्दौला ਨੇ ਵੀ ਜਾਨ ਬਚਾਉਣ ਵਾਸਤੇ ਇਹਨਾਂ ਵਿੱਚ ਕਿਹੜੇ ਐਨੀਮਲ ਦਾ ਇਸਤੇਮਾਲ ਕੀਤਾ ਤਾਂ ਕਿ ਉਹ ਬੈਟਲਫੀਲਡ ਤੋਂ ਦੌੜ ਜਾਵੇ? ਤਾਂ ਆਨਸਰ ਕੀ ਹੈ? ਕੈਮਲ। ਬੜਾ ਕੰਟਰੋਵਰਸ਼ੀਅਲ ਹੈ, ਕੁਝ ਲੋਕ ਕਹਿੰਦੇ ਕਿ ਉਹਨੂੰ ਉੱਥੇ ਫੜ ਲਿਆ ਗਿਆ ਸੀ, ਕੁਝ ਕਹਿੰਦੇ ਉਹ ਭੱਜ ਗਿਆ ਸੀ, ਮੀਰ ਜ਼ਾਫਰ ਨੇ ਦੀ ਗਰਦਨ ਵੱਢੀ ਸੀ, ਤਾਂ ਅਲੱਗ-ਅਲੱਗ ਨੇ। Who among the following Muslim did lift the banner of the Bal Gangadhar Tilak along with the Mahatma Gandhi? ठीक है, तो इनमें से कौन से मुस्लिम थे जिन्होंने बाल गंगाधर तिलक के साथ मिलकर महात्मा गांधी की बात की थी? दैट इज शौकत अली, ठीक है। चलिए, शौकत अली ड्यूरिंग द टाइम ऑफ खिलाफत मूवमेंट। Which one of the following leaders was not a part of the non corporation movement? ਉਹ ਕਹਿੰਦਾ ਇਹਨਾਂ ਵਿੱਚੋਂ ਕਿਹੜੇ non corporation movement ਦਾ ਹਿੱਸਾ ਨਹੀਂ ਹੈਗੇ? ਇਹਦਾ ਆਨਸਰ ਹੈ ਤੁਹਾਡਾ ਮੁਹੰਮਦ ਅਲੀ ਜਿੰਨਾ। ਇਹ ਉਹ ਟਾਈਮ ਸੀ ਜਦ ਜਿੰਨਾ ਇੰਡੀਅਨ ਪੋਲਿਟਿਕਸ ਤੋਂ ਸਾਈਡ ਲਾਈਨ ਹੋਏ, ਇਹ ਵਾਪਸ ਚਲੇ ਗਏ ਸੀ ਲੰਡਨ, ਠੀਕ ਹੈ। ਖਿਲਾਫਤ ਮੂਵਮੈਂਟ ਦਾ ਟਾਈਮ ਸੀ ਜਦ ਜਿਨ੍ਹਾਂ ਨੂੰ ਲੱਗਿਆ ਕਿ ਕਾਂਗਰਸ ਨੇ ਸਡਨਲੀ ਗਾਂਧੀ ਤੋਂ ਆਉਣ ਤੋਂ ਬਾਅਦ ਮੈਨੂੰ ਸਾਈਡ ਲਾਈਨ ਕਰਤਾ, ਅਦਰਵਾਈਜ਼ ਹੀ ਵਾਸ ਵਨ ਆਫ ਦ ਫਾਈਨੈਸਟ ਲੀਡਰਸ ਆਫ ਕਾਂਗਰਸ, ਠੀਕ ਹੈ। ਹਿੰਦੂ ਮੁਸਲਿਮ ਏਕਤਾ ਦੀ ਗੱਲ ਕਰਨ ਵਾਲਾ ਪਹਿਲਾ ਵਿਅਕਤੀ ਹੀ ਮੁਹੰਮਦ ਅਲੀ ਜਿੰਨਾ, ਜਿਹਨੇ ਬਾਅਦ ਜਾ ਕੇ ਪਾਕਿਸਤਾਨ ਮੰਗਿਆ। ਹਿਸਟਰੀ ਵਿੱਚ ਕਾਫੀ ਕੁਝ ਚੀਜ਼ਾਂ ਏਦਾਂ ਦੀਆਂ ਨੇ ਜਿਹੜੀ
ਸਾਨੂੰ ਪ੍ਰੈਜ਼ੈਂਟ ਕੁਝ ਹੋਰ ਕੀਤਾ ਜਾਂਦਾ ਲੇਕਿਨ ਸਰਫੇਸ ਲੈਵਲ ਤੇ ਉਹਦੀ ਕੁਝ ਹੋਰ ਵੀ ਕਹਾਣੀਆਂ ਹੁੰਦੀਆਂ ਨੇ ਠੀਕ ਹੈ ਚਾਲੀਸਾ ਫੇਮਾਈਨ हैपेंड इन विच ऑफ द फॉलोइंग ईयर चालीसा ਫੇਮਾਈਨ ਸੀ ਜਦ ਤਕਰੀਬਨ ਤਕਰੀਬਨ 40 ਰੀਜਨ ਭਾਰਤ ਦੇ ਜਿਨ੍ਹਾਂ ਵਿੱਚ ਆਪका ਡਰਾਟ ਆ ਗਿਆ ਸੀ ਉਸ ਸਮੇਂ ਠੀਕ ਹੈ ਉਸ ਸਮੇਂ ਬੜਾ ਜ਼ਬਰਦਸਤ ਅਕਾਲ ਪਿਆ ਸੀ ਪੰਜਾਬ ਹਰਿਆਣਾ ਰਾਜਪੂਤਾਨਾ ਸੈਂਟਰਲ ਪ੍ਰੋਵਿੰਸ ਯਾਨੀ ਮੱਧ ਪ੍ਰਦੇਸ਼ ਜਿਹੜੇ ਹਿੱਸੇ ਨੇ ਕੁਝ ਕਸ਼ਮੀਰ ਦੇ ਹਿੱਸੇ ਸੀ ਇਹ ਅਕਾਲ ਕਦ ਆਇਆ ਸੀ 1783 ਤੋਂ ਲੈ ਕੇ 84 ਦੇ ਵਿੱਚ ਠੀਕ ਹੈ ਚਾਲੀਸਾ ਫੇਮਾਈਨ ਕਿਹਾ ਜਾਂਦਾ ਇਨ ਵਿਚ ਸਰਦਾਰ ਪਟੇਲ ਲੈਡ ਦਾ ਬਾਰਸੋਡ ਸੱਤਿਆਗ੍ਰਹਿ ਠੀਕ ਹੈ ਬਾਰਸੋਡ ਸੱਤਿਆਗ੍ਰਹਿ ਟੈਕਸ ਦੇ ਖਿਲਾਫ ਹੀ ਸੀ ਤੇ ਕਿੱਥੇ ਗਿਆ 1923 ਵਿੱਚ ਸਰਦਾਰ ਵੱਲਭ ਭਾਈ ਪਟੇਲ who started Bombay Chronicle ठीक है there is the name of the newspaper Bombay Chronicle ਇਹਦੀ ਸ਼ੁਰੂਆਤ ਕਿਹਨੇ ਕੀਤੀ ਸੀ ਬੜਾ ਕੁਐਸਚਨ ਰਿਪੀਟਡ ਹੈ ਕਲਾਸ ਫਿਰੋਜ਼ ਸ਼ਾਹ ਮਹਿਤਾ ਕਲਾਸ ਜਦ ਹਿਸਟਰੀ ਪੜ੍ਹਦੇ ਹੋ ਨਾ ਇੱਕ ਇੱਕ ਦੋ ਦੋ ਨਿਊਜ਼ਪੇਪਰ ਰੋਜ਼ ਦੇ ਪਰਸਨੈਲਿਟੀ ਦੇ ਹਿਸਾਬ ਨਾਲ ਪੜ੍ਹਿਆ ਕਰੋ ਕਿ ਗਾਂਧੀ ਜੀ ਨੇ ਕਿਹੜੇ ਕਿਹੜੇ ਨਿਊਜ਼ਪੇਪਰ ਲਿਖੇ ਨਹਿਰੂ ਜੀ ਦੇ ਕਿਹੜੇ ਕਿਹੜੇ ਨਿਊਜ਼ਪੇਪਰ ਲਾਏ ਐਨੀ ਬਸੰਤ ਦੇ ਕਿਹੜੇ ਕਿਹੜੇ ਨਿਊਜ਼ਪੇਪਰ ਸੀ ਬਾਲ ਗੰਗਾਧਰ ਤਿਲਕ ਨੇ ਕਿਹੜਾ ਨਿਊਜ਼ਪੇਪਰ ਇੱਕ ਪਰਸਨੈਲਿਟੀ ਕਰਕੇ ਇੱਕ ਇੱਕ ਦਾ ਨੋਟਸ ਬਣਾਓ ਤਾਂ ਕਿ ਤੁਹਾਨੂੰ ਪੇਪਰ ਦੇ ਵਿੱਚ ਕਨਫਿਊਜ਼ਨ ਨਾ ਹੋਏ ਕਿ ਕੀ ਕੁਐਸਚਨ ਪੁੱਛਿਆ ਗਿਆ ਜਿਹੜੇ ਰਹਿ ਗਏ ਰਿਮੇਨਿੰਗ ਉਹਨਾਂ ਦੀ ਇੱਕ ਅਲੱਗ ਤੋਂ ਲਿਸਟ ਬਣਾ ਲਓ ਠੀਕ ਹੈ ਇਕਨੋਮਿਕ ਐਂਡ ਸੋਸ਼ਲ ਪਲੈਨਿੰਗ ਕਮਸ ਅੰਡਰ ਵਿਚ ਆਫ ਦਾ ਫੋਲੋਇੰਗ ਉਹ ਕਹਿ ਰਿਹਾ ਕਿ ਤੁਹਾਡੇ ਇਕਨੋਮਿਕ ਔਰ ਸੋਸ਼ਲ ਪਲੈਨਿੰਗ ਜਿਹੜੀ ਹੁੰਦੀ ਹੈ ਉਹ ਕਿਹੜੀ ਲਿਸਟ ਦੇ ਵਿੱਚ ਆਉਂਦੀ ਹੈ ਸਾਡੇ ਸ਼ਡਿਊਲ 7 ਵਿੱਚ ਗੱਲ ਕੀਤੀ ਗਈ ਹੈ ਕਿ ਤਿੰਨ ਤਰੀਕੇ ਦੇ ਡਿਵੀਜ਼ਨ ਆਫ ਪਾਵਰ ਹੈ ਯੂਨੀਅਨ ਕੰਕਰੈਂਟ ਐਂਡ ਸਟੇਟ ਲਿਸਟ ਤੋਂ ਆਨਸਰ ਇਹਦਾ ਕੀ ਹੈ ਕੰਕਰੈਂਟ ਲਿਸਟ ਵਿੱਚ ਆਉਂਦਾ ਠੀਕ ਹੈ Who among the following was the main rival candidate against India's first president Dr. Rajendra Prasad जब पहले presidential election हुए थे डॉक्टर राजेंद्र प्रसाद के खिलाफ कौन खड़े हुए सी KT शाह ठीक है static gk ਦਾ question ਹੈ class which following which of the function of which of the following body in India are limited to advisory nature only ਇਹਨਾਂ ਵਿੱਚ ਕਹਿੰਦਾ ਕਿਹੜੀ ਐਸੀ ਬੋਡੀ ਜਿਹਦਾ ਨੇਚਰ ਸਿਰਫ ਮੇਅਰਲੀ ਐਡਵਾਈਜ਼ਰੀ ਹੈਗਾ ਵੈਸੇ ਬੜਾ ਆਸਾਨ ਹੈ ਕਲਾਸ ਲੋਕ ਸਭਾ ਔਰ ਤੁਹਾਡੀ ਵਿਧਾਨ ਸਭਾ ਤਾਂ ਵੈਲੀ ਹਟ ਜੂਗੀ ਰਾਜ ਸਭਾ ਤੁਹਾਨੂੰ ਕੌਂਸਲ ਦੇ ਵਿੱਚ ਹੋਏਗੀ ਰਾਜ ਸਭਾ ਤਾਂ ਬਥੇਰਾ ਕੰਮ ਕਰਦੀ ਹੈ ਆਨਸਰ ਕੀ ਹੋ ਜਾਊਗਾ ਲੈਜਿਸਲੇਟਿਵ ਕਾਉਂਸਲ ਵਿਧਾਨ ਪਰਿਸ਼ਦ ਠੀਕ ਹੈ which of the following writs is also known as waking call ਠੀਕ ਹੈ ਵੇਕਿੰਗ ਕਾਲ ਦੇ ਅਲਾਰਮਿੰਗ ਕਿਹਾ ਜਾਂਦਾ ਹੈ ਕਿਉਂਕਿ ਇਹਦੇ ਵਿੱਚ ਕਮਾਂਡ ਦਿੱਤੀ ਜਾਂਦੀ ਹੈ ਤਾਂ ਆਨਸਰ ਕੀ ਹੋ ਜਾਊਗਾ ਇਹਦਾ ਮੈਂਡਮਸ ਮੈਂਡਮਸ ਦਾ ਮਤਲਬ ਹੁੰਦਾ ਹੈ ਕਮਾਂਡ ਕੋਈ ਆਰਡਰ ਦਿੱਤਾ ਗਿਆ ਤੁਹਾਨੂੰ ਲਾਗੂ ਕਰਾਉਣ ਪਿੱਛੇ ਮੈਂਡਮਸ ਇਸ਼ੂ ਕਰਵਾਇਆ ਜਾਂਦਾ ਹੈ which act give recognition of portfolio system introduced by lord canning in 1859 ਦੇਖੋ ਪੋਰਟਫੋਲੀਓ ਮਤਲਬ ਕੀ ਹੈ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਕੈਬਨਿਟ ਦਾ ਡਿਪਾਰਟਮੈਂਟ ਬਣਦਾ ਹੈ ਤੁਹਾਡਾ ਮੁੱਖ ਮੰਤਰੀ ਕੈਬਨਿਟ ਬਣਦਾ ਹੈ ਕਿਸੇ ਨੂੰ ਰੇਲ ਮੰਤਰਾਲੇ ਕਿਸੇ ਨੂੰ ਘਰ ਦਾ ਹੋਮ ਮੰਤਰਾਲੇ ਮਿਲ ਜਾਂਦਾ ਹੈ ਕਿਸੇ ਨੂੰ ਫਾਈਨੈਂਸ ਵਿੱਤ ਮੰਤਰਾਲੇ ਦਿੱਤਾ ਜਾਂਦਾ ਹੈ ਕਿਸੇ ਨੂੰ ਰੋਡਵੇਜ਼ ਦਿੱਤਾ ਅਲੱਗ-ਅਲੱਗ ਮੰਤਰਾਲੇ ਵੰਡੇ ਜਾਂਦੇ ਪੋਰਟਫੋਲੀਓ ਸਿਸਟਮ ਦੀ ਸ਼ੁਰੂਆਤ ਕਿਹਨੇ ਕੀਤੀ ਸੀ ਲਾਰਡ ਕੈਨਿੰਗ ਨੇ ਕੀਤੀ ਸੀ ਜਿਹੜੇ ਭਾਰਤ ਦੇ ਪਹਿਲੇ ਵਾਇਸਰੋਏ ਬਣੇ ਸੀ ਤਾਂ ਆਨਸਰ ਕੀ ਹੈ ਇਹਦਾ ਇੰਡੀਅਨ ਕਾਉਂਸਲ ਐਕਟ 1861 ਦੇ ਵਿੱਚ ਪਹਿਲੀ ਵਾਰ ਪੋਰਟਫੋਲੀਓ ਵੰਡਿਆ ਗਿਆ ਸੀ ਠੀਕ ਹੈ which of the following was made a union territory by 14th constitutional amendment 14ਵਾਂ ਜਿਹੜਾ ਸੰਸ਼ੋਧਨ ਸੀ ਸੰਵਿਧਾਨ ਦਾ ਉਹਦੇ ਨਾਲ ਕਿਹੜੀ ਯੂਨੀਅਨ ਟੈਰੀਟਰੀ ਤੁਹਾਡੀ ਐਡ ਕੀਤੀ ਗਈ ਸੀ ਇਟ ਵਾਸ ਪੌਂਡੀਚੇਰੀ ਠੀਕ ਹੈ ਜਦ 1954 ਦੇ ਵਿੱਚ ਬਾਅਦ ਚੋਂ ਫਰਾਂਸ ਛੱਡ ਕੇ ਗਿਆ ਨੂੰ ਬਾਅਦ ਚ who called the parliamentary system as cabinet system ਇਹਨਾਂ ਵਿੱਚੋਂ ਕਿਹੜੇ ਵਿਅਕਤੀ ਨੇ ਵਿਅੰਗ ਦਿੱਤਾ ਸੀ ਕਿ ਪਾਰਲੀਮੈਂਟਰੀ ਸਿਸਟਮ ਔਰ ਕੈਬਨਿਟ ਸਿਸਟਮ ਜਿਆਦਾ ਹੈਗਾ ਠੀਕ ਹੈ ਐਵਰ ਜੈਨਿੰਗ ਠੀਕ ਹੈ ਇੱਕ ਉਹ ਲੋਕ ਨੇ ਜਿਨ੍ਹਾਂ ਨੇ ਭਾਰਤ ਦੇ ਸੰਵਿਧਾਨ ਦੇ ਲਈ ਕੁਝ ਵਿਅੰਗ ਕੀਤੇ ਨੇ ਉਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਆਪਣੇ ਲੈਵਲ ਦੇ ਉੱਤੇ ਠੀਕ ਹੈ ਐਵਰ ਜੈਨਿੰਗ who elects the representative of union territories in ਰਾਜ ਸਭਾ ਠੀਕ ਹੈ ਰਾਜ ਸਭਾ ਦੇ ਅੰਦਰ ਯੂਨੀਅਨ ਟੈਰੀਟਰੀ ਯੂਟੀਜ਼ ਦੇ ਜਿਹੜੇ ਰਿਪਰੈਜ਼ੈਂਟੇਟਿਵ ਨੇ ਉਹ ਕਿੱਥੋਂ ਆਉਂਦੇ ਨੇ ਇਲੈਕਟੋਰਲ ਕਾਲਜ ਦੇ ਥਰੂ ਠੀਕ ਹੈ ਇਲੈਕਟੋਰਲ ਕਾਲਜ ਦੇ ਥਰੂ ਤਾਂ ਇਸ ਬਾਰ ਦੇ ਕੁਐਸਚਨ ਠੀਕ ਹੈ ਤੁਸੀਂ ਬਾਰ ਪੜ੍ਹੀਏ ਤੁਸੀਂ ਆਪਣਾ ਸਕੋਰ ਟੈਲੀ ਕਿੰਨੇ ਮਾਰਕਸ ਤੁਹਾਡੇ ਬਣੇ ਸਾਰੇ ਕੁਐਸਚਨਾਂ ਦੇ ਵਿੱਚੋਂ ਆਪਣੀ ਤਿਆਰੀ ਨੂੰ ਅੱਗੇ ਕੰਟੀਨਿਊ ਕੀਤੇ ਰਹੀਏ ਅਸੀਂ ਹੋਰ ਕੁਐਸਚਨ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਬਹੁਤ ਬਹੁਤ ਧੰਨਵਾਦ ਗॉड ब्लेस यू ऑल